Hello and warm welcome to all my dear learners. How are you all? उम्मीद करता हूँ ਸਾਰੇ ਬਹੁਤ ਖੁਸ਼ ਹੋਣਗੇ। ਪਿਆਰੇ ਬੱਚਿਓ, ਅੱਜ ਦੀ ਇਸ ਵੀਡੀਓ ਵਿੱਚ ਇੱਕ ਵਾਰ ਫਿਰ ਤੋਂ PLT ਐਜੂਕੇਅਰ ਵੱਲੋਂ ਮੈਂ ਰਾਜੂ ਸ਼ਰਮਾ ਤੁਹਾਡਾ ਸਾਇੰਸ ਅਧਿਆਪਕ ਗਵਰਨਮੈਂਟ ਹਾਈ ਸਕੂਲ ਮਜਾਰਾ ਕਲਾਂ ਖੁਰਦ ਸ਼ਹੀਦ ਭਗਤ ਸਿੰਘ ਨਗਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਪਿਆਰੇ ਬੱਚਿਓ, ਜੋ ਅੱਜ ਦੀ ਵੀਡੀਓ ਹੈ ਇਹ ਆਧਾਰਿਤ ਹੈ ਸਾਇੰਸ ਵਿਸ਼ੇ ਦੇ ਉੱਪਰ ਤੇ ਜਮਾਤ ਹੈ 9ਵੀਂ। ਪਿਆਰੇ ਬੱਚਿਓ, ਇਹ 'ਚ ਮੈਂ MCQ ਟਾਈਪ ਕੁਐਸਚਨਸ ਲਏ ਹਨ। ਉਹ ਸਾਰੇ ਕੁਐਸਚਨਸ ਜੋ ਕਿਸੇ ਵੀ ਕੰਪੀਟੀਟਿਵ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਇੰਪੋਰਟੈਂਟ ਹਨ। ਓਕੇ, ਸੋ ਸਾਡੇ ਕੋਲ ਜੋ ਪ੍ਰੈਕਟਿਸ ਸ਼ੀਟ ਦੇ ਵਿੱਚ ਜਿੰਨੇ ਵੀ ਕੁਐਸਚਨਸ ਦਿੱਤੇ ਹਨ ਇਸ ਨੂੰ ਅਸੀਂ ਇਸ ਵੀਡੀਓ ਵਿੱਚ ਕਵਰ ਕਰਾਂਗੇ। ਫਿਰ ਵਿੱਚੋਂ ਪਲੱਸ ਪੁਆਇੰਟ ਇਸ ਵੀਡੀਓ ਦਾ ਤੁਹਾਡਾ ਸਾਰਿਆਂ ਵਾਸਤੇ ਇਹ ਹੈ ਕਿ ਇਹ ਵੀਡੀਓ ਇੰਗਲਿਸ਼ ਐਸ ਵੈਲ ਐਸ ਪੰਜਾਬੀ ਦੋਨਾਂ ਵਿੱਚ ਹੀ ਹੋਣ ਜਾ ਰਹੀ ਹੈ। ਜੋ ਤੁਸੀਂ ਸਕਰੀਨ ਤੇ ਲਿਖਿਆ ਦੇਖੋਗੇ ਉਹ ਇੰਗਲਿਸ਼ ਵਿੱਚ ਹੋਏਗਾ, ਐਕਸਪਲੇਨੇਸ਼ਨ ਨਾਲ ਦੇ ਨਾਲ ਪੰਜਾਬੀ ਵਿੱਚ ਹੋਏਗੀ। ਇਸ ਕਰਕੇ ਇਸ ਵੀਡੀਓ ਨੂੰ ਸਕਿਪ ਨਾ ਕਰਿਓ, ਐਂਡ ਤੱਕ ਜ਼ਰੂਰ ਵੇਖਣਾ। ਤੁਹਾਡੀ ਇਹਦੇ ਨਾਲ ਇੰਗਲਿਸ਼ ਵੀ ਜਿਹੜੀ ਹੈ ਉਹ ਵੀ ਵਧੀਆ ਹੋ ਜਾਏਗੀ। ਤਾਂ ਸ਼ੁਰੂ ਕਰਦੇ ਹਾਂ। ਸਾਡੇ ਕੋਲ ਜੋ ਫਸਟ ਕੁਐਸਚਨ ਹੈ ਉਹ ਇਹ ਹੈ ਕਿ which of the following fiber is most suitable for summer clothes? ਮਤਲਬ ਇਹ ਜਿਹੇ ਕਿਹੜੇ ਕੱਪੜੇ ਹਨ ਜੋ ਕਿ ਗਰਮੀਆਂ ਵਿੱਚ ਆਰਾਮਦਾਇਕ ਹੁੰਦੇ ਹਨ। ਸਾਡੇ ਕੋਲ ਆਪਸ਼ਨਸ ਹਨ ਕਾਟਨ, ਨਾਇਲੋਨ, ਪੋਲੀਸਟਰ, ਸਿਲਕ। ਸੋ ਕਾਟਨ ਨੂੰ ਸੂਤੀ ਕਹਿੰਦੇ ਪੰਜਾਬੀ ਵਿੱਚ, ਦੈਨ ਨਾਇਲੋਨ ਇਜ਼ ਨਾਇਲੋਨ, ਪੋਲੀਸਟਰ ਨੂੰ ਪੋਲੀਸਟਰ ਕਹਿੰਦੇ ਆ, ਸਿਲਕ ਨੂੰ ਸਿਲਕ ਕਹਿੰਦੇ ਹਨ। ਸੋ ਅਜਿਹੇ ਕਿਹੜੇ ਕੱਪੜੇ ਹੁੰਦੇ ਹਨ ਜੋ ਕਿ ਅਸੀਂ ਗਰਮੀਆਂ 'ਚ ਪਾਉਣਾ ਪਸੰਦ ਕਰਦੇ ਹਾਂ? ਅਸੀਂ ਸਾਰੇ ਕਾਟਨ ਕਲੋਥਸ ਪਾਉਣਾ ਪਸੰਦ ਕਰਦੇ ਹਾਂ ਬੱਚਿਓ। ਇਸ ਕਰਕੇ ਦਾ ਰਾਈਟ ਆਨਸਰ ਇਜ਼ ਕਾਟਨ, ਸੂਤੀ। ਨੈਕਸਟ ਹੈ ਸਾਡੇ ਕੋਲ the quantity of matter present in an object is called its। ਸੋ ਕਿਸੇ ਵੀ ਪਦਾਰਥ ਵਿੱਚ ਮਾਦੇ ਦੀ ਜੋ ਮਾਤਰਾ ਹੁੰਦੀ ਹੈ ਨਾ ਉਸ ਨੂੰ ਆਪਾਂ ਕੀ ਕਹਿੰਦੇ ਆ? weight ਮਤਲਬ ਭਾਰ, ਗ੍ਰਾਮ ਮਾਸ, ਜਾਂ ਫਿਰ ਡੈਂਸਿਟੀ ਘਣਤਾ। ਸੋ ਪਿਆਰੇ ਬੱਚਿਓ, the quantity of matter present in an object is called its mass। ਉਸ ਨੂੰ ਅਸੀਂ ਮਾਸ ਕਹਿੰਦੇ ਹੈਗੇ ਆ। ਸੋ ਦਾ ਰਾਈਟ ਆਨਸਰ ਇਜ਼ ਮਾਸ, ਜਿਸ ਨੂੰ ਅਸੀਂ ਪੰਜਾਬੀ ਵਿੱਚ ਲਿਖਾਂਗੇ ਪੁੰਜ। ਇਹ ਯਾਦ ਰੱਖਣਾ ਬੱਚਿਓ। ਓਕੇ, ਨੈਕਸਟ ਹੈ ਸਾਡੇ ਕੋਲ ਐਟ ਹਾਇਰ ਐਲਟੀਟਿਊਡ, ਮਤਲਬ ਸਮੁੰਦਰ ਤਲ ਤੋਂ ਜਦੋਂ ਅਸੀਂ ਜ਼ਿਆਦਾ ਉਚਾਈ ਤੇ ਜਾਂਦੇ ਹਾਂ। ਐਲਟੀਟਿਊਡ ਮਤਲਬ ਉਚਾਈ ਤੇ। ਦ ਬੋਇਲਿੰਗ ਪੁਆਇੰਟ ਆਫ ਲਿਕੁਇਡ ਡਿਕਰੀਜ਼ਿਸ, ਮਤਲਬ ਦਰਵ ਦਾ ਜੋ ਬੋਇਲਿੰਗ ਪੁਆਇੰਟ ਮਤਲਬ ਜੋ ਉਬਾਲ ਦਰਜਾ ਹੈ ਉਸਦਾ, ਠੀਕ ਹੈ। ਸੋ ਉਹ ਘਟਦਾ ਹੈ। ਸੈਕਿੰਡ ਹੈ ਬੋਇਲਿੰਗ ਪੁਆਇੰਟ ਆਫ ਲਿਕੁਇਡ ਇੰਕਰੀਜ਼ਿਸ, ਜੋ ਦਰਵ ਦਾ ਉਬਾਲ ਦਰਜਾ ਵੱਧਦਾ ਹੈ। ਨੋ ਚੇਂਜ ਇਨ ਬੋਇਲਿੰਗ ਪੁਆਇੰਟ, ਮਤਲਬ ਉਬਾਲ ਦਰਜੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਮੈਲਟਿੰਗ ਪੁਆਇੰਟ ਆਫ ਸੋਲਿਡ ਇੰਕਰੀਜ਼ਿਸ, ਮਤਲਬ ਜੋ ਠੋਸ ਦਾ ਪਿਘਲਾਊ ਦਰਜਾ ਵੱਧਦਾ ਹੈ। ਸੋ ਪਿਆਰੇ ਬੱਚਿਓ, ਜਦੋਂ ਅਸੀਂ ਹਾਈਟ ਤੇ ਜਾਂਦੇ ਹਾਂ ਤਾਂ ਕਿਸੇ ਵੀ ਦਰਵ ਦਾ ਜੋ ਉਬਾਲ ਦਰਜਾ ਹੈ ਉਹ ਘਟਦਾ ਹੈ। ਸੋ ਇਸ ਕਰਕੇ ਸਾਡੇ ਕੋਲ ਜੋ ਰਾਈਟ ਆਨਸਰ ਹੋਏਗਾ ਬੋਇਲਿੰਗ ਪੁਆਇੰਟ ਆਫ ਅ ਲਿਕੁਇਡ ਡਿਕਰੀਜ਼ਿਸ। ਨੈਕਸਟ ਹੈ ਸਾਡੇ ਕੋਲ when we put some crystals of potassium permanganate in a beaker containing water, we observe that after some time whole water has turned pink. This is due to। ਸੋ ਬੇਟਾ ਪ੍ਰਸ਼ਨ ਇਹ ਹੈ ਕਿ ਜਦੋਂ ਅਸੀਂ ਪੋਟਾਸ਼ੀਅਮ ਪਰਮੈਂਗਨੇਟ ਦੇ ਕੁਝ ਕਣਾਂ ਨੂੰ ਪਾਣੀ ਵਾਲੇ ਬੀਕਰ ਵਿੱਚ ਸੁੱਟਦੇ ਹਾਂ ਤਾਂ ਕੁਝ ਸਮੇਂ ਬਾਅਦ ਪੂਰੇ ਪਾਣੀ ਦਾ ਜੋ ਰੰਗ ਹੈ ਉਹ ਗੁਲਾਬੀ ਹੋ ਜਾਂਦਾ ਆ। ਸੋ ਇਹ ਪੋਟਾਸ਼ੀਅਮ ਪਰਮੈਂਗਨੇਟ ਦਾ ਕਿਹੜਾ ਗੁਣ ਦਰਸਾਉਂਦਾ ਆ? ਸੋ ਪਿਆਰੇ ਬੱਚਿਓ, ਇਹ ਦਰਸਾਉਂਦਾ ਹੈ ਪ੍ਰਸਰਣ। ਸਾਡੇ ਕੋਲ ਆਪਸ਼ਨਸ ਤਾਂ ਦਿੱਤੀਆਂ ਹੋਈਆਂ ਹਨ, ਅਸੀਂ ਜੋ ਰਾਈਟ ਆਪਸ਼ਨ ਹੈ ਉਸ ਨੂੰ ਹੀ ਲਰਨ ਕਰਨਾ ਹੈ। ਸੋ ਦਾ ਰਾਈਟ ਆਪਸ਼ਨ ਇਜ਼ ਡਿਫਿਊਜ਼ਨ, ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਹਾਂ ਪ੍ਰਸਰਣ। ਪ੍ਰਸਰਣ। Okay, so the next question is the force that binds the particles of matter together is known as। force बल, binds मतलब जो बन के रखती है, right? particles कण। so मादे दे कणां विचकार ਉਹ ਕਿਹੜਾ ਬਲ ਹੈ ਜੋ ਇਹਨਾਂ ਨੂੰ ਬਨ ਕੇ ਰੱਖਦਾ ਹੈ? ਸਾਡੇ ਕੋਲ ਜੋ ਆਪਸ਼ਨਸ ਦਿੱਤੀਆਂ ਹੋਈਆਂ ਹਨ ਇੰਟਰਮੋਲੀਕੂਲਰ ਸਪੇਸ, ਮਤਲਬ ਕਣਾਂ ਦੇ ਵਿਚਕਾਰ ਦੀ ਦੂਰੀ। ਇੰਟਰਮੋਲੀਕੂਲਰ ਸਪੇਸ ਮਤਲਬ
ਕਣਾਂ ਦੇ ਵਿਚਕਾਰ ਦੀ ਦੂਰੀ, ਬੌਂਡ ਬੰਧਨ, ਠੀਕ ਹੈ। ਇੰਟਰਮੋਲੀਕੂਲਰ ਫੋਰਸ ਕਣਾਂ ਦੇ ਵਿਚਕਾਰਲਾ ਬਲ, ਤੇ ਡੀ ਪਾਰਟ ਹੈ ਨਿਊਕਲੀਅਰ ਫੋਰਸ। ਸੋ ਫਿਰ ਵਿੱਚੋਂ ਜੋ ਸਹੀ ਉੱਤਰ ਹੋਏਗਾ ਉਹ ਹੋਏਗਾ ਕਣਾਂ ਦੇ ਵਿਚਕਾਰ ਦਾ ਬਲ, ਜਿਹਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ ਇੰਟਰਮੋਲੀਕੂਲਰ ਫੋਰਸਿਸ। ਸੋ ਕਣਾਂ ਦੇ ਵਿਚਕਾਰ ਦਾ ਬਲ, ਇੱਥੇ ਮੈਂ ਲਿਖ ਦਿੰਦਾ ਹਾਂ ਕਣਾਂ ਦੇ ਵਿਚਕਾਰ ਦਾ ਬਲ। ਸੋ ਇਹਨਾਂ ਕਣਾਂ ਨੂੰ ਜਿਹੜਾ ਆ ਉਹ ਬੰਨ ਕੇ ਰੱਖਦਾ ਹੈ, ਇਹਨਾਂ ਦੇ ਵਿਚਕਾਰ ਦਾ ਬਲ। ਨੈਕਸਟ ਹੈ ਸਾਡੇ ਕੋਲ ਦ ਚੇਂਜ ਆਫ ਲਿਕੁਇਡ ਇਨਟੂ ਵੇਪਰ ਇਜ਼ ਕਾਲਡ, ਮਤਲਬ ਜੋ ਦਰਵਾਂ ਦੇ ਗੈਸਾਂ ਵਿੱਚ ਤਬਦੀਲ ਹੋ ਜਾਣਾ, ਇਸ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? ਜੋ ਲਿਕੁਇਡ ਹੈ ਨਾ ਉਹਨੂੰ ਦਰਵ ਕਹਿੰਦੇ ਹਾਂ ਅਸੀਂ ਪੰਜਾਬੀ 'ਚ, ਤੇ ਵੇਪਰ ਜਿਹੜੇ ਹੈਗੇ ਆ ਮਤਲਬ ਕਿ ਉਸ ਨੂੰ ਜਿਹੜਾ ਵਾਸ਼ਅਪ ਵਿੱਚ ਬਦਲ ਜਾਣਾ, ਉਸ ਨੂੰ ਕੀ ਕਹਿੰਦੇ ਹਨ? ਸੋ ਸਾਡੇ ਕੋਲ ਆਪਸ਼ਨਸ ਹਨ ਵੈਪੋਰਾਈਜੇਸ਼ਨ, ਦੈਨ ਸੋਲਿਡਿਫਿਕੇਸ਼ਨ, ਸਬਲੀਮੇਸ਼ਨ ਐਂਡ ਨਨ ਆਫ ਥੀਸ। ਸੋ ਪੰਜਾਬੀ ਦੇ ਵਿੱਚ ਜੋ ਵੈਪੋਰਾਈਜੇਸ਼ਨ ਹੁੰਦਾ ਹੈ ਇਸ ਨੂੰ ਅਸੀਂ ਕਹਿੰਦੇ ਹਾਂ ਵਾਸ਼ਪੀਕਰਨ। ਸੋਲਿਡਿਫਿਕੇਸ਼ਨ ਮਤਲਬ ਜੰਮਣਾ, ਜੋਹਰ ਉਡਾਉਣਾ ਮਤਲਬ ਸਬਲੀਮੇਸ਼ਨ ਮਤਲਬ ਜੋਹਰ ਉਡਾਉਣਾ। ਓਕੇ, ਮਤਲਬ ਸੋਲਿਡ ਦਾ ਵਿਦਆਊਟ ਲਿਕੁਇਡ ਵਿੱਚ ਆਉਣ ਤੇ ਮਤਲਬ ਬਿਨਾਂ ਲਿਕੁਇਡ ਵਿੱਚ ਕਨਵਰਟ ਹੋਣ ਦੇ ਹੀ ਗੈਸੀ ਫਾਰਮ ਵਿੱਚ ਕਨਵਰਟ ਹੋ ਜਾਣਾ, ਉਸ ਨੂੰ ਆਪਾਂ ਸਬਲੀਮੇਸ਼ਨ ਕਹਿੰਦੇ ਹਾਂ, ਰਾਈਟ। ਸੋ ਇਹਦਾ ਉੱਤਰ ਹੋਏਗਾ ਕਿ ਜਦੋਂ ਕੋਈ ਲਿਕੁਇਡ ਵੇਪਰਸ ਵਿੱਚ ਬਦਲਦਾ ਹੈ ਉਸ ਨੂੰ ਵੈਪੋਰਾਈਜੇਸ਼ਨ ਕਹਿੰਦੇ ਆ, ਵਾਸ਼ਪੀਕਰਨ ਕਹਿੰਦੇ ਬੇਟਾ ਜੀ। ਓਕੇ, ਨੈਕਸਟ ਹੈ ਸਾਡੇ ਕੋਲ ਵਿਚ ਆਫ ਦਾ ਫੋਲੋਇੰਗ ਡਿਸਕ੍ਰਾਈਬਸ ਦਾ ਲਿਕੁਇਡ ਫੇਜ਼, ਮਤਲਬ ਇਹਨਾਂ ਵਿੱਚੋਂ ਕਿਹੜਾ ਦਰਵ ਅਵਸਥਾ ਨੂੰ ਪ੍ਰਭਾਸ਼ਿਤ ਕਰਦਾ ਹੈ, ਮਤਲਬ ਕਿਹੜੀ ਅਵਸਥਾ ਹੈ ਜਿਹੜੀ ਕਿ ਸਾਨੂੰ ਦਰਵ ਦੱਸਦੀ ਹੈ ਕਿ ਇਹ ਦਰਵ ਆ। ਸੋ ਸਾਡੇ ਕੋਲ ਜੋ ਆਪਸ਼ਨਸ ਦਿੱਤੀਆਂ ਹੋਈਆਂ ਹਨ ਉਹ ਹਨ ਇਟ ਹੈਜ਼ ਅ ਡੈਫੀਨਿਟ ਸ਼ੇਪ ਐਂਡ ਡੈਫੀਨਿਟ ਵੋਲਿਊਮ, ਇਸ ਦਾ ਆਕਾਰ ਅਤੇ ਆਇਤਨ ਦੋਨੋਂ ਨਿਸ਼ਚਿਤ ਹੁੰਦੇ ਹਨ। ਇਟ ਹੈਜ਼ ਡੈਫੀਨਿਟ ਸ਼ੇਪ ਬਟ ਨਾਟ ਅ ਡੈਫੀਨਿਟ ਵੋਲਿਊਮ, ਇਸ ਦਾ ਆਕਾਰ ਨਾ ਤਾਂ ਨਿਸ਼ਚਿਤ ਹੁੰਦਾ ਹੈ ਔਰ ਨਾ ਹੀ ਇਸ ਦਾ ਆਇਤਨ। ਨੈਕਸਟ ਹੈ ਕਿ ਇਟ ਹੈਜ਼ ਅ ਡੈਫੀਨਿਟ ਵੋਲਿਊਮ ਬਟ ਨਾਟ ਅ ਡੈਫੀਨਿਟ ਸ਼ੇਪ, ਇਹਦਾ ਵੋਲਿਊਮ ਤਾਂ ਆਇਤਨ ਤਾਂ ਡੈਫੀਨਿਟ ਹੈ ਮਤਲਬ ਨਿਸ਼ਚਿਤ ਹੈ, ਪਰੰਤੂ ਆਕਾਰ ਜਿਹੜਾ ਆ ਉਹ ਨਿਸ਼ਚਿਤ ਨਹੀਂ ਹੈ। ਤੇ ਸਾਡੇ ਕੋਲ ਜੋ ਡੀ ਆਪਸ਼ਨ ਹੈ ਕਿ ਇਟ ਹੈਜ਼ ਨੀਦਰ ਡੈਫੀਨਿਟ ਸ਼ੇਪ ਨੋਰ ਆ ਡੈਫੀਨਿਟ ਵੋਲਿਊਮ, ਕਿ ਇਸ ਦੀ ਜਿਹੜੀ ਨਾ ਤਾਂ ਹੀ ਡੈਫੀਨਿਟ ਸ਼ੇਪ ਹੈ ਨਾ ਹੀ ਡੈਫੀਨਿਟ ਵੋਲਿਊਮ। ਸੋ ਪਿਆਰੇ ਬੱਚਿਓ, ਸਾਨੂੰ ਪਤਾ ਹੈ ਕਿ ਜੋ ਦਰਵ ਹੈ, ਜਿੱਦਾਂ ਦਰਵ ਕਿਹੜੇ ਹਨ, ਜਿਵੇਂ ਅਸੀਂ ਮਿਲਕ ਦੀ ਗੱਲ ਕਰੀਏ ਜਾਂ ਫਿਰ ਲਿਕੁਇਡ ਫਾਰਮ ਦੇ ਵਿੱਚ ਹੋਰ ਸਾਡੇ ਕੋਲ ਪਾਣੀ ਵੀ ਹੈਗਾ ਆ, ਇਸ ਤਰੀਕੇ ਨਾਲ ਜਿਹੜੇ ਦਰਵ ਹਨ ਇਹਨਾਂ ਦਾ ਜੋ ਆਇਤਨ ਹੈ ਉਹ ਤਾਂ ਨਿਸ਼ਚਿਤ ਹੁੰਦਾ ਹੈ। ਠੀਕ ਹੈ, ਹੁਣ ਅਸੀਂ ਦੁੱਧ ਲੈਣ ਜਾਂਦੇ ਹਾਂ, ਭਾਵੇਂ ਅਸੀਂ ਡੋਲੂ 'ਚ ਦੁੱਧ ਲੈਣ ਜਾਈਏ ਜਾਂ ਫਿਰ ਅਸੀਂ ਜਾਈਏ ਕਿਸੇ ਪਤੀਲੇ ਵਿੱਚ, ਜੇ 2 ਲੀਟਰ ਦੁੱਧ ਹੈ ਤਾਂ 2 ਲੀਟਰ ਜਿਹੜਾ ਹੈ ਉਸਨੇ 2 ਲੀਟਰ ਹੀ ਲੈਣਾ ਆ, ਰਾਈਟ। ਉਹਦਾ ਆਇਤਨ ਜਿਹੜਾ ਆ ਉਹ ਚੇਂਜ ਨਹੀਂ ਹੋਣਾ, ਬਟ ਉਸਦਾ ਜੋ ਆਕਾਰ ਹੈ ਜਿਸ ਵੀ ਬਰਤਨ ਦੇ ਵਿੱਚ ਉਹ 2 ਲੀਟਰ ਅਸੀਂ ਦੁੱਧ ਪਾਵਾਂਗੇ, ਠੀਕ ਹੈ, ਉਸਨੇ ਉੱਦਾਂ ਦੀ ਹੀ ਸ਼ੇਪ ਲੈ ਲੈਣੀ ਆ। ਸੋ ਸਾਡੇ ਕੋਲ ਜੋ ਸਹੀ ਆਨਸਰ ਹੋਏਗਾ ਉਹ ਹੋਏਗਾ ਕਿ ਇਟ ਹੈਜ਼ ਅ ਡੈਫੀਨੇਟ ਵੋਲਿਊਮ ਬਟ ਨਾਟ ਅ ਡੈਫੀਨੇਟ ਸ਼ੇਪ, ਕਿ ਇਸ ਦਾ ਜੋ ਆਇਤਨ ਹੈ ਉਹ ਤਾਂ ਨਿਸ਼ਚਿਤ ਹੈ ਲੇਕਿਨ ਇਸ ਦੀ ਜੋ ਸ਼ੇਪ ਹੈ, ਆਕਾਰ ਹੈ, ਉਹ ਨਿਸ਼ਚਿਤ ਨਹੀਂ ਹੈ। ਸੋ ਕੁਐਸਚਨ ਹੈ ਕਿ ਵਿਚ ਆਫ ਥੀਸ ਚੋਇਸਿਸ ਵਿਲ ਨਾਟ ਚੇਂਜ ਦਾ ਸਟੇਟ ਆਫ ਮੈਟਰ, ਮਤਲਬ ਕਿ ਜੋ ਸਾਡੇ ਕੋਲ ਆਪਸ਼ਨਸ ਦਿੱਤੀਆਂ ਹੋਈਆਂ ਹਨ ਇਹਨਾਂ ਵਿੱਚੋਂ ਕਿਹੜੇ ਢੰਗ ਮਾਦੇ ਦੀ ਅਵਸਥਾ ਵਿੱਚ ਪਰਿਵਰਤਨ ਨਹੀਂ ਲਿਆਉਂਦੇ। ਸੋ ਪਹਿਲੇ ਵਿੱਚੋਂ ਸਾਡੇ ਕੋਲ ਜੋ ਆਪਸ਼ਨ ਦਿੱਤੀ ਹੈ ਟੈਂਪਰੇਚਰ ਦਿੱਤਾ ਹੈ, ਤਾਪਮਾਨ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਤਾਪਮਾਨ ਨੂੰ ਅਸੀਂ ਵਧਾਵਾਂਗੇ ਫਿਰ ਕੀ ਹੋਏਗਾ, ਦੇਖੋ ਦਰਵ ਜਿਹੜਾ ਵਾਸ਼ਪ ਵਿੱਚ ਬਦਲ ਜਾਂਦਾ ਕਿ ਨਹੀਂ, ਤੇ ਉਹ ਜਿਹੜਾ ਹੈਗਾ ਦਰਵ ਅਵਸਥਾ ਤੋਂ ਗੈਸੀ ਅਵਸਥਾ ਵਿੱਚ ਆ ਜਾਂਦਾ ਹੈ। ਇਸ ਤਰੀਕੇ ਨਾਲ ਜਦੋਂ ਉਸ ਨੂੰ ਟੈਂਪਰੇਚਰ ਘਟਾਇਆ ਜਾਂਦਾ ਹੈ ਤਾਂ ਗੈਸੀ ਅਵਸਥਾ ਤੋਂ ਫਿਰ ਉਹ ਦਰਵ ਅਵਸਥਾ ਵਿੱਚ ਆ ਜਾਂਦਾ ਹੈਗਾ ਹੈ, ਰਾਈਟ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੋ ਟੈਂਪਰੇਚਰ ਹੈ ਇਟ ਹੈਲਪਸ ਇਨ ਚੇਂਜਿੰਗ ਦਾ ਸਟੇਟ ਆਫ ਦਾ ਮੈਟਰ। ਉਸ ਤੋਂ ਬਾਅਦ ਕ੍ਰਸ਼ਿੰਗ ਆਫ ਕ੍ਰਿਸਟਲ, ਮਤਲਬ ਬਰੀਕ ਪੀਸਣਾ,
ਕ੍ਰਿਸਟਲਸ ਨੂੰ, ਕਣਾਂ ਨੂੰ ਪੀਸਣਾ, ਠੀਕ ਹੈ। ਸੋ ਇਹਦੇ ਨਾਲ ਜਦੋਂ ਅਸੀਂ ਪੀਸਦੇ ਹੈਗੇ ਆ, ਜੇ ਕੋਈ ਵੀ ਸੋਲਿਡ ਫਾਰਮ, ਉਹ ਸੋਲਿਡ ਫਾਰਮ ਹੀ ਰਹੇਗੀ, ਠੀਕ ਹੈ। ਉਹ ਅਲੱਗ ਅਲੱਗ ਹੈ ਵੀ ਉਹ ਥੋੜੇ ਬਰੀਕ ਹੋ ਜਾਏਗਾ, ਪਰ ਰਹੇਗਾ ਸੋਲਿਡ ਫਾਰਮ ਦੇ ਵਿੱਚ ਹੀ। ਤਾਂ ਇਸ ਦਾ ਮਤਲਬ ਆ ਸਾਡੇ ਕੋਲ ਆਨਸਰ ਸਹੀ ਹੋਏਗਾ, ਬਰੀਕ ਪੀਸਣਾ। ਬਰੀਕ ਪੀਸਣੇ ਜਦੋਂ ਅਸੀਂ ਪੀਸਦੇ ਹਾਂ ਤਾਂ ਮੈਟਰ ਦੀ ਜੋ ਸਟੇਟ ਹੈ ਉਹ ਨਹੀਂ ਬਦਲਦੀ, ਪ੍ਰੈਸ਼ਰ ਤੇ ਹੀ ਬਦਲਦੀ ਹੈ। ਲਿਕੁਈਫਾਈਡ ਪੈਟਰੋਲੀਅਮ ਗੈਸ ਹੈ ਕਿ ਨਹੀਂ, ਜੋ ਗੈਸ ਹੈ ਉਹ ਦੇਖੋ ਲਿਕੁਈਫਾਈਡ ਪੈਟਰੋਲੀਅਮ ਗੈਸ ਨੂੰ ਲਿਕੁਈਫਾਈਡ ਕੀਤਾ ਗਿਆ ਆ ਅੰਡਰ ਹਾਈ ਪ੍ਰੈਸ਼ਰ। ਸੋ ਪ੍ਰੈਸ਼ਰ ਦੇ ਨਾਲ ਵੀ ਜਿਹੜੀ ਹੈਗੀ ਆ ਉਹ ਜਿਹੜੀ ਫਾਰਮ ਹੈਗੀ ਆ ਉਹ ਚੇਂਜ ਹੋ ਜਾਂਦੀ ਹੈ, ਹੀਟ ਦੇ ਨਾਲ ਵੀ ਚੇਂਜ ਹੋ ਜਾਂਦੀ ਹੈ। ਸੋ ਸਾਡੇ ਕੋਲ ਆਨਸਰ ਜਿਹੜਾ ਆਏਗਾ ਉਹ ਆਏਗਾ ਕ੍ਰਸ਼ਿੰਗ ਆ ਕ੍ਰਿਸਟਲ, ਬਰੀਕ ਪੀਸਣਾ। ਜਦੋਂ ਵੀ ਬਰੀਕ ਪੀਸਦੇ ਆ ਤਾਂ ਉਸ ਦੀ ਜੋ ਸਟੇਟ ਹੈ ਉਹ ਨਹੀਂ ਬਦਲਦੀ ਮੈਟਰ ਦੀ। ਨੈਕਸਟ ਹੈ ਸਾਡੇ ਕੋਲ ਸਿਲੈਕਟ ਦ ਵਨ ਦੈਟ ਇਜ਼ ਨਾਟ ਅ ਮੈਟਰ। ਇਹਨਾਂ ਵਿੱਚੋਂ ਕਿਹੜਾ ਮਾਦਾ ਨਹੀਂ ਹੈ? ਸੋ ਪਹਿਲੇ ਵਿੱਚੋਂ ਮਾਦਾ, ਮੈਟਰ ਕੀ ਹੈ? that occupies the space and that has got the mass, ठीक है। सो ਸਾਡੇ ਕੋਲ ਦੇਖੋ feeling of heat, then smoke, humidity, water। ਸੋ ਪਹਿਲੇ ਵਿੱਚ ਜੋ ਆਪਸ਼ਨਸ ਹਨ ਦਿੱਤੀਆਂ ਹਨ, ਦੇਖੋ feeling of heat, ਇਹ ਸਾਡੀ ਫੀਲਿੰਗ ਆ ਕਿ ਅਸੀਂ ਹੀਟ ਨੂੰ ਜਿਹੜਾ ਹੌਟ ਹੈ ਉਹ ਫੀਲ ਕਰ ਰਹੇ ਸੀ, ਹੀਟ ਫੀਲ ਕਰ ਰਹੇ, ਗਰਮੀ ਮਹਿਸੂਸ ਕਰ ਰਹੇ ਹਾਂ, ਠੀਕ ਹੈ ਜੀ। ਸੋ ਗਰਮੀ ਦਾ ਨਾ ਤਾਂ ਕੋਈ ਭਾਰ ਹੈ, ਨਾ ਕੋਈ ਆਇਤਨ ਹੈ ਇਸ ਦਾ, ਠੀਕ ਹੈ ਜੀ, ਨਾ ਹੀ ਇਹ ਥਾਂ ਘੇਰਦੀ ਹੈ। ਸੋ ਇਹਦਾ ਆਨਸਰ ਤਾਂ ਹੋਏਗਾ ਇਹੀ, ਨੋ ਨਾਈਨਥ ਜੋ ਹੈ ਆਨਸਰ ਇਹ ਹੋਏਗਾ। ਸੋ ਗਰਮੀ ਮਹਿਸੂਸ ਕਰਨਾ, ਗਰਮੀ ਮਹਿਸੂਸ ਕਰਨਾ, ਓਕੇ। ਹੁਣ ਦੇਖੋ ਸਮੋਕ ਹੈ ਜਿਹੜੀ ਆ, ਸਮੋਕ ਤੁਸੀਂ ਕੋਈ ਵੀ ਇਕੱਠੀ ਕਰਦੇ ਆ, ਇੱਕ ਤੁਸੀਂ ਮੋਮਬੱਤੀ ਜਲਾ ਲਓ, ਉਹਦੇ ਉੱਪਰ ਕੋਈ ਵੀ ਤੁਸੀਂ ਆਪਣਾ ਹੱਥ ਰੱਖ ਲਓ ਜਾਂ ਕੋਈ ਢੱਕਣ ਰੱਖਦੇ ਆ ਕਿ ਹੱਥ ਨਾ ਰੱਖਿਓ ਕਿ ਗਰਮ ਹੱਥ ਸੜ ਵੀ ਸਕਦਾ ਹੈਗਾ ਆ। ਕੋਈ ਢੱਕਣ ਜਿਹਾ ਲੈ ਲਓ, ਤੁਸੀਂ ਦੇਖੋਗੇ ਉਹਦੇ ਉੱਪਰ ਜਿਹੜਾ ਧੂੰਆਂ ਜਿਹੜਾ ਹੈਗਾ ਆ ਉਹ ਜੰਮਣ ਲੱਗ ਪੈਂਦਾ ਹੈਗਾ ਆ, ਉਹਨੇ ਥਾਂ ਵੀ ਘੇਰੀ ਹੈਗੀ ਆ, ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜੀ ਹਿਊਮਿਡਿਟੀ ਹੈ, ਹਿਊਮਸ ਜਿਹੜੀ ਹੈਗੀ ਆ, ਬਾਹਰ ਜਿਹੜਾ ਇਹ ਵੀ ਜਿਹੜਾ ਹੈ ਇਹ ਮੈਟਰ ਹੈ, ਵਾਟਰ ਵੀ ਸਾਨੂੰ ਪਤਾ ਹੈ ਮੈਟਰ ਹੈ। ਸੋ ਨੈਕਸਟ ਹੈ ਸਾਡੇ नेक्स्ट क्वेश्चन है कि सिलेक्ट द वन दैट व्हेन यूज्ड वुड बी कंसिडर्ड एज द बेस्ट फॉर लिक्विफिकेशन। सो प्यारे बच्चों हेठ लिखिया विचों किस विधि नाल गैसां नूं द्रवीकरण किया जाता है? सो साडे कोल ऑप्शंस हैं इंक्रीजिंग द टैंपरेचर, तापमान बढ़ा के, फिर है डिक्रीजिंग द टैंपरेचर, तापमान घटा के, उस तो बाद इंक्रीजिंग द प्रेशर एंड डिक्रीजिंग द टैंपरेचर, मतलब कि दबाव असी बढ़ा दईए, जो दबाव है वो असी बढ़ा दईए ते तापमान नूं घटा दईए, तापमान नूं घटा दईए। ते डी जिहड़ा है साडे कोल ऑप्शन ये है कि डिक्रीजिंग द प्रेशर एंड इंक्रीजिंग द टैंपरेचर, मतलब कि जो दबाव है उसनूं घटा दिता जाए ते टैंपरेचर बढ़ा दिता जाए। सो ये तो नहीं होएगा। सो साडे कोल जो ऑप्शन सी है इट्स द राइट ऑप्शन कि जो प्रेशर है बढ़ाया जाए, जो प्रेशर है उसनूं बढ़ाया जाए तो टैंपरेचर नूं घटाया जाए। सो दिस इज द राइट ऑप्शन। तुसीं लिखोगे दबाव बढ़ा के ते तापमान घटा के, दबाव बढ़ा के, दबाव बढ़ा के अते तापमान घटा के। सो जो सी ऑप्शन है वो ये है कि इंक्रीजिंग द प्रेशर एंड डिक्रीजिंग द टैंपरेचर, मतलब कि जो दबाव नूं तां बढ़ाया जाए, सो प्रेशर मीनस दबाव, दबाव नूं तां बढ़ाता जाए ते तापमान नूं घटाता जाए। ते डी ऑप्शन है कि दबाव नूं घटा दिओ, तापमान नूं बढ़ा दिओ। सो मेरे बच्चों देखो असी जो दा राइट ऑप्शन है वो किहड़ी सिलेक्ट करांगे कि जे असी प्रैशर नूं दबा दईए, मतलब प्रैशर मतलब ज़्यादा दबाव पाइए तो टैंपरेचर घटा दईए। सो ये साडा सही उत्तर होएगा। इहनूं लिखांगे असी दबाव बढ़ा के, दबाव बढ़ा के अते तापमान घटा के, तापमान घटा के, ये आएगा जी आंसर, ठीक है। सो नेक्स्ट है, सो नेक्स्ट क्वेश्चन है द रेट ऑफ डिफ्यूजन
डिफ्यूजन मतलब प्रसरण। सो डिफ्यूजन का मतलब होंगे इतने प्रसरण, प्रसरण। सो द रेट ऑफ डिफ्यूजन डिपेंड्स अपॉन टैंपरेचर, तापमान ते निर्भर करता है कि सरफेस एरिया मतलब खेत्रफल ते, किहड़े खेत्रफल ते, सतह के खेत्रफल ते, बोथ टैंपरेचर एंड सरफेस एरिया, तापमान अते सतह के खेत्रफल ते, या नन ऑफ दीज। सो प्यारे बच्चों जो रेट ऑफ डिफ्यूजन है मतलब प्रसरण दर, सो रेट ऑफ डिफ्यूजन मीनस प्रसरण दर। जो प्रसरण दर है ना बेटा ये डिपेंड करती हैगी आ टैंपरेचर ते सरफेस एरिया ते। ठीक है, तुसी अगरबत्ती जलानी हैगी आ, टैंपरेचर उसका ਵਧਾਉਣੀ ਆ ਮਾਚਿਸ ਦੀ ਤੀਲੀ ਦਿਖਾਲ ਕੇ, ठीक है, ਤਾਂ ਹੀ ਜਿਹੜਾ ਹੈਗਾ ਉਹਦੀ ਖੁਸ਼ਬੂ ਜਿਹੜੀ ਹੈਗੀ ਆ ਉਹ ਡਿਫਿਊਜ਼ ਹੋ ਜਾਂਦੀ ਹੈ, ਮਤਲਬ ਡਿਸਪਰਸ ਵੀ ਹੁੰਦੀ ਹੈਗੀ ਆ, ਪ੍ਰਸਰਣ ਫੈਲਦੀ ਹੈਗੀ ਆ। ਠੀਕ ਹੈ, ਕਾਫੀ ਦੂਰ ਤੱਕ ਅਸੀਂ ਖੁਸ਼ਬੂ ਜਿਹੜੀ ਮਹਿਸੂਸ ਕਰਦੇ ਹੈਗੇ ਆ। ਸੋ ਦਾ ਰਾਈਟ ਆਨਸਰ ਇਜ਼ ਬੋਥ ਟੈਂਪਰੇਚਰ ਐਂਡ ਸਰਫੇਸ ਏਰੀਆ। ਸੋ ਦ ਨੈਕਸਟ ਕੁਐਸਚਨ ਹੈ ਕਿ ਦ ਵਨ ਇਨ ਵਿਚ ਇੰਟਰ ਪਾਰਟੀਕਲ ਫੋਰਸਿਸ ਆਰ ਸਟਰੋਂਗੈਸਟ, मतलब कि ਜਿਹਦੇ ਵਿੱਚ ਕਣਾਂ ਵਿਚਕਾਰ ਜੋ ਖਿੱਚ ਬਲ ਹੈ ਉਹ ਜ਼ਿਆਦਾ ਹੁੰਦਾ ਹੈ। ਸੋ ਪਿਆਰੇ ਬੱਚਿਓ ਅਸੀਂ ਜੋ ਆਪਸ਼ਨਸ ਹਨ ਦਿੱਤੀਆਂ ਹਨ ਇਹਨਾਂ ਨੂੰ ਸੋਲਿਡ, ਲਿਕੁਇਡ ਤੇ ਗੈਸਿਸ ਦੇ ਨਾਲ ਰਿਲੇਟ ਕਰਕੇ ਦੱਸਣਾ ਉੱਤਰ ਹੈ। ਓਕੇ, ਸਾਡੇ ਕੋਲ ਜੋ ਫਸਟ ਦਿੱਤਾ ਹੋਇਆ ਹੈ ਆਪਸ਼ਨ ਉਹ ਹੈ ਸੋਡੀਅਮ ਕਲੋਰਾਈਡ, ਸੈਕਿੰਡ ਹੈ ਹਾਈਡਰੋਜਨ, ਥਰਡ ਹੈ ਵਾਟਰ ਤੇ ਫਿਰ ਹੈ ਕਾਰਬਨ ਡਾਈਆਕਸਾਈਡ। ਕਾਰਬਨ ਡਾਈਆਕਸਾਈਡ ਕੀ ਹੈ? ਇਹ ਹੈ ਗੈਸ। ਕੀ ਹੈ ਇਹ? ਗੈਸ। ਸੋ ਗੈਸ ਦੇ ਵਿੱਚ ਤਾਂ ਇੰਟਰ ਪਾਰਟੀਕੂਲਰ ਜੋ ਫੋਰਸਿਸ ਨੇ ਉਹ ਵੀਕੈਸਟ ਹੁੰਦੀਆਂ ਹਨ। ਠੀਕ ਹੈ, ਪਾਣੀ ਵਿੱਚ ਸੋਲਿਡ ਤੋਂ ਘੱਟ ਤੇ ਗੈਸਿਸ ਤੋਂ ਵੱਧ ਹੁੰਦੇ ਨੇ ਇੰਟਰ ਪਾਰਟੀਕੂਲਰ ਫੋਰਸਿਸ। ਜੋ ਇੰਟਰ ਪਾਰਟੀਕਲ ਫੋਰਸਿਸ ਨੇ ਇਹ ਵੱਧ ਹੁੰਦੇ ਹਨ, ਮਤਲਬ ਕਿ ਕਣਾਂ ਦੇ ਵਿਚਕਾਰ ਦਾ ਜਿਹੜਾ ਬਲ ਹੈ ਉਹ ਠੋਸਾਂ ਦੇ ਮੁਕਾਬਲੇ ਪਾਣੀ 'ਚ ਘੱਟ ਬਟ ਗੈਸਾਂ ਦੇ ਮੁਕਾਬਲੇ ਵੱਧ ਹੁੰਦਾ ਹੈ। ਸੋ ਇਹ ਵੀ ਨਹੀਂ ਹੋਏਗਾ। then हाइड्रोजन इज अगेन अ गैस, हाइड्रोजन भी गैस है। सो साढ़े को रह गया एक सोडियम क्लोराइड। सो दिस इज द राइट आंसर। सोडियम क्लोराइड की होंगे NaCl, साधारण नमक। तो नमक जोड़ा है किस फॉर्म च होंगे बेटा जी? वो सॉलिड फॉर्म में होंगे आ। तो सॉलिड के सब तो वध इंटर पार्टिकल फोर्सिस होंगे, इंटर पार्टिकल फोर्सिस सब तो वध होंगे हैं सॉलिड दे विच। ओके, डेंसिटी ऑफ अ सबस्टांस इज डिफाइंड एज, सो जो डेंसिटी है ना इसनों बेटा असी पंजाबी विच घनता बोलते हैं, घनता, घनता। ठीक है, सो किसी वस्तु की जो घनता है वो किस नाल प्रभावित होंदी है? साडे कोल ऑप्शनस दित्तियां हन, रेशियो ऑफ मास एंड वॉल्यूम, पुंज अते आयतन दा अनुपात। ठीक है, तो सानू प्यारे बच्चों पता है कि जो डेंसिटी है ये की होंगी है? मास पर यूनिट वॉल्यूम। ठीक है जी, सो रेशियो ऑफ मास एंड वॉल्यूम साडे कोल यही जो फर्स्ट ऑप्शन है दिस इज द राइट ऑप्शन। ओके, सो नेक्स्ट है साडे कोल द प्रोसेस इन्वॉल्विंग द चेंज ऑफ स्टेट फ्रॉम सॉलिड टू गैस इज कॉल्ड। सो प्यारे बच्चों जो प्रोसैस है जिहदे कि पदार्थां दे ठोस अवस्था तो गैस अवस्था में बदल जाते हैं उस प्रतिक्रिया नूं की कहते हैं? मतलब ठोस जिहड़े है बिना द्रव विच बदले सीधे ही गैस विच बदल गए तो उसनूं कहते हैं सबलीमेशन, जोहर उड़ाउणा, जोहर उड़ाउणा। ये याद रखना बेटा, इहदे च ना सीधे ही जिहड़ा हैगा आ सॉलिड बिना लिक्विड विच कन्वर्ट होए गैस विच कन्वर्ट हो जाता है। सो जोहर उड़ाउण कहते हैं, उसनूं सबलीमेशन इंग्लिश दे विच कहते हैं। सो क्वेश्चन है व्हाट इज ड्राई आइस? सुक्की बर्फ की है? आइस हैविंग नो वाटर ऑफ क्रिस्टलाइजेशन। सो बर्फ जिस विच क्रिस्टली पानी ना हो। आइस दैट हैज बीन ड्राइड मतलब बर्फ जिसनों सुकाया होवे। ते सी है साडे कोल सॉलिड कार्बन डाइऑक्साइड। सो प्यारे बच्चों ठोस कार्बन डाइऑक्साइड ही साडा सही उत्तर है। सो इसनों इजीली जो ड्राई आइस है ना सुक्की बर्फ वो होंदी हैगी आ सॉलिड कार्बन डाइऑक्साइड, सॉलिड कार्बन डाइऑक्साइड।
नेक्स्ट क्वेश्चन है विच ऑफ द फॉलोइंग हैज हाईएस्ट काइनेटिक एनर्जी। ਇਹਨਾਂ ਵਿੱਚੋਂ ਕਿਸ ਵਿੱਚ ਸਭ ਤੋਂ ਵੱਧ ਗਤਿਜ ਊਰਜਾ ਹੁੰਦੀ ਹੈ। ਸੋ ਕਾਈਨੈਟਿਕ એનર્ਜੀ ਮੀਨਸ ਗਤਿਜ ਊਰਜਾ। ਸੋ ਗਤਿਜ ਊਰਜਾ ਜਿਹੜੀ ਹੈ ਉਹ ਕੀ ਹੁੰਦੀ ਹੈ। ਸੋ ਆਪਾਂ ਕਹਿ ਸਕਦੇ ਦ ਕਾਈਨੈਟਿਕ એનર્ਜੀ ਵਿਚ ਇਜ਼ ਡਿਊ ਟੂ ਇਟਸ ਮੋਸ਼ਨ। ਠੀਕ ਹੈ ਜੀ, ਗਤੀ ਕਰਕੇ ਆਉਂਦੀ ਹੈ, ਰਾਈਟ। ਸੋ ਗਤਿਜ ਊਰਜਾ ਮਤਲਬ ਗਤੀ ਕਰਕੇ ਆਉਂਦੀ ਹੈ। ਸੋ ਕਾਈਨੈਟਿਕ એનર્ਜੀ ਜਿਹੜੀ ਹੈਗੀ ਆ ਉਸ ਨੂੰ ਅਸੀਂ ਆਪਸ਼ਨਸ ਜਿਹੜੀਆਂ ਹੈਗੀਆਂ ਉਹ ਦੱਸਣਾ ਕਿ ਵੀ ਕਿਹੜੀ ਹਾਈਐਸਟ ਕਾਈਨੈਟਿਕ એનર્ਜੀ ਹੋਏਗੀ, ਸਭ ਤੋਂ ਵੱਧ ਗਤਿਜ ਊਰਜਾ ਕਦੋਂ ਹੋਏਗੀ। ਸੋ ਪਿਆਰੇ ਬੱਚਿਓ, ਪਾਰਟੀਕਲਸ ਆਫ ਆਈਸ ਐਟ 0 ਡਿਗਰੀ ਸੈਲਸੀਅਸ, 0 ਡਿਗਰੀ ਸੈਲਸੀਅਸ ਤੇ ਤਾਂ ਪਾਣੀ ਜਿਹੜੀ ਹੈ ਬਰਫ਼ ਵਿੱਚ ਤਬਦੀਲ ਹੋ ਜਾਂਦਾ ਹੈ ਨਾ। ਸੋ ਰੇਗਿਸਤਾਨੀ ਜਿਹੜੇ ਕਣਾਂ ਦੇ ਵਿੱਚ ਜੇ ਸੋਲਿਡ ਫਾਰਮ ਵਿੱਚ ਆ ਗਿਆ, ਸੋਲਿਡ ਦੇ ਵਿੱਚ ਤਾਂ ਗਤੀ ਘੱਟ ਹੁੰਦੀ ਹੈਗੀ ਆ ਪਾਰਟੀਕਲਸ ਦੀ, ਨਾਮ ਮਾਤਰ ਹੁੰਦੀ ਆ। solid of water at 0 particles of water at 0 degree celsius। ਸੋ 0 ਡਿਗਰੀ ਸੈਲਸੀਅਸ ਤੇ ਵੀ ਜਿਹੜਾ ਹੈਗਾ ਆ ਉਹ ਪਾਣੀ ਦਬਾਅ ਜਿਹੜਾ ਜਮਾਓ ਦਰਜਾ ਆ ਜਾਂਦਾ ਆ। ਪਾਰਟੀਕਲਸ ਆਫ ਵਾਟਰ ਐਟ 100 ਡਿਗਰੀ ਸੈਲਸੀਅਸ, 100 ਡਿਗਰੀ ਸੈਲਸੀਅਸ ਐਂਡ ਪਾਰਟੀਕਲਸ ਆਫ ਸਟੀਮ ਐਟ 100 ਡਿਗਰੀ ਸੈਲਸੀਅਸ। ਦੋਨੋਂ ਹੀ ਪੁਆਇੰਟਸ ਜਿਹੜੇ ਨੇ ਇਹ ਥੋੜੇ ਕਨਫਿਊਜ਼ ਕਰ ਰਹੇ ਹੋਣੇ ਤੁਹਾਨੂੰ। ਆਹ ਵਾਲੇ ਦੇਖੋ, ਪਾਰਟੀਕਲਸ ਆਫ ਵਾਟਰ ਐਟ 100 ਡਿਗਰੀ ਸੈਲਸੀਅਸ ਐਂਡ ਦ ਪਾਰਟੀਕਲਸ ਆਫ ਸਟੀਮ ਐਟ, ਜਿਹੜਾ ਸਟੀਮ ਆ ਉਹ ਕੀ ਹੈ, ਉਹ ਗੈਸੀ ਫਾਰਮ ਆ। ਸੋ ਗੈਸੀ ਫਾਰਮ ਦੇ ਵਿੱਚ ਜੋ ਪਾਰਟੀਕਲਸ ਦੀ ਜੋ ਗਤੀ ਹੁੰਦੀ ਹੈ ਉਹ ਫਾਸਟ ਹੁੰਦੀ ਹੈਗੀ ਹੈ ਪਾਣੀ ਦੇ ਪਾਰਟੀਕਲਸ ਨਾਲੋਂ। ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ ਨੰਬਰ ਡੀ। ਸੋ ਦਾ ਨੈਕਸਟ ਕੁਐਸਚਨ ਹੈ ਸਾਡੇ ਕੋਲ, ਵਿਚ ਆਫ ਦਾ ਫੋਲੋਇੰਗ ਡਸ ਨਾਟ ਅਫੈਕਟ ਦਾ ਰੇਟ ਆਫ ਇਵੈਪੋਰੇਸ਼ਨ। ਇਹਨਾਂ ਵਿੱਚੋਂ ਕਿਹੜਾ ਕਾਰਕ, ਇਵੈਪੋਰੇਸ਼ਨ ਮੀਨਸ ਵਾਸ਼ਪੀਕਰਨ, ਸੋ ਵਾਸ਼ਪੀਕਰਨ ਨੂੰ ਪ੍ਰਭਾਵਿਤ ਨਹੀਂ ਕਰਦਾ। ਸੋ ਸਾਡੇ ਕੋਲ ਆਪਸ਼ਨਸ ਹਨ, ਵਿੰਡ ਸਪੀਡ ਹਵਾ ਦੀ ਗਤੀ, ਸਰਫੇਸ ਏਰੀਆ ਸਤਹ ਦਾ ਖੇਤਰਫਲ, ਫਿਰ ਹੈ ਟੈਂਪਰੇਚਰ ਤਾਪਮਾਨ, ਤੇ ਡੀ ਹੈ ਇਨਸੋਲਿਊਬਲ ਹੈਵੀ ਇੰਪਿਓਰਿਟੀਜ਼ ਨਾ ਘੁਲਣਯੋਗ ਅਸ਼ੁੱਧੀਆਂ। ਫਿਰ ਬੱਚਿਓ ਕੁਐਸਚਨ ਇੱਕ ਵਾਰੀ ਫੇਰ ਤੋਂ ਮੈਂ ਦੁਹਰਾਨਾ ਕੀ ਹੈ ਕਿ ਇਹਨਾਂ ਵਿੱਚੋਂ ਕਿਹੜਾ ਕਾਰਕ ਵਾਸ਼ਪੀਕਰਨ ਨੂੰ ਪ੍ਰਭਾਵਿਤ ਨਹੀਂ ਕਰਦਾ, ਮਤਲਬ ਜੋ ਵਾਸ਼ਪੀਕਰਨ ਦੀ ਦਰ ਹੈ ਉਸ ਨੂੰ ਪ੍ਰਭਾਵਿਤ ਨਹੀਂ ਕਰਦਾ। ਦੇਖੋ ਜੋ ਵਿੰਡ ਸਪੀਡ ਹੈ ਮਤਲਬ ਜੋ ਹਵਾ ਦੀ ਗਤੀ ਹੈ ਇਹਦੇ ਨਾਲ ਵਾਸ਼ਪੀਕਰਨ ਪ੍ਰਭਾਵਿਤ ਹੁੰਦਾ ਹੈ, ਸਰਫੇਸ ਏਰੀਆ ਨਾਲ ਵੀ ਪ੍ਰਭਾਵਿਤ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਤਾਪਮਾਨ ਨਾਲ ਵੀ ਹੁੰਦਾ ਹੈ। ਓਕੇ, ਦੇਖੋ ਜੇ ਤੇਜ਼ ਹਵਾ ਚੱਲੇ ਤਾਂ ਵੀ ਜਿਹੜਾ ਹੈਗਾ ਆ ਜਿਹੜਾ ਵਾਸ਼ਪੀਕਰਨ ਜਿਹੜਾ ਆ ਉਹ ਜਲਦੀ ਹੋ ਜਾਂਦਾ ਆ। ਸਰਫੇਸ ਏਰੀਆ ਜੇ ਜ਼ਿਆਦਾ ਹੋਵੇ ਤਾਂ ਵੀ ਵਾਸ਼ਪੀਕਰਨ ਜਲਦੀ ਹੋ ਜਾਂਦਾ, ਟੈਂਪਰੇਚਰ ਵਧਾ ਦਿਓ ਤਾਂ ਵੀ ਵਾਸ਼ਪੀਕਰਨ ਜਲਦੀ ਹੁੰਦਾ ਹੈ। ਲੇਕਿਨ ਇਨਸੋਲਿਊਬਲ, ਜੇ ਇਨਸੋਲਿਊਬਲ ਹੈਵੀ ਇੰਪਿਓਰਿਟੀਜ਼ ਨੇ, ਅਸ਼ੁੱਧੀਆਂ ਨੇ, ਠੀਕ ਹੈ, ਜਿਹੜੀਆਂ ਨਾ ਘੁਲਣਯੋਗ ਨੇ, ਤਾਂ ਉਹਦੇ ਨਾਲ ਕੋਈ ਅਸਰ ਨਹੀਂ ਹੁੰਦਾ ਵਾਸ਼ਪੀਕਰਨ 'ਤੇ, ਕੋਈ ਪ੍ਰਭਾਵਿਤ ਨਹੀਂ ਹੁੰਦੀਆਂ ਉਹ। ਸੋ ਸਹੀ ਉੱਤਰ ਹੋਏਗਾ ਇਨਸੋਲਿਊਬਲ ਹੈਵੀ ਇੰਪਿਓਰਿਟੀਜ਼, ਨਾ ਘੁਲਣਯੋਗ ਅਸ਼ੁੱਧੀਆਂ, ਨਾ ਘੁਲਣ ਯੋਗ, ਜਿਹੜੇ ਯੋਗ ਪੜ੍ਹ ਲਿਓ, ਯੋਗ ਅਸ਼ੁੱਧੀਆਂ। ਨਾ ਘੁਲਣਯੋਗ ਅਸ਼ੁੱਧੀਆਂ। क्वेश्चन है कि a form of matter that has no fixed shape but it has fixed volume. An example of this form of matter is, so ਮਾਦੇ ਦੀ ਉਹ ਅਵਸਥਾ ਜਿਸ ਦਾ ਆਕਾਰ ਤਾਂ ਨਿਸ਼ਚਿਤ ਨਹੀਂ ਹੁੰਦਾ। ਆਕਾਰ ਜਿਹੜਾ ਆ ਮਤਲਬ no fixed shape, ਆਕਾਰ ਨਿਸ਼ਚਿਤ ਨਹੀਂ ਹੈ ਲੇਕਿਨ ਉਸਦਾ ਜੋ ਵੋਲਿਊਮ ਹੈ, ਆਇਤਨ ਹੈ, ਉਹ ਨਿਸ਼ਚਿਤ ਹੈ। ਸੋ ਇਹਨਾਂ 'ਚੋਂ ਕਿਹੜੀ ਐਗਜ਼ਾਮਪਲ ਜਿਹੜੀ ਹੈ ਇਹਨੂੰ ਸਿੱਧ ਕਰਦੀ ਹੈਗੀ ਆ। ਸਾਡੇ ਕੋਲ ਇੱਕ ਹੈ ਕ੍ਰਿਪਟੋਨ, ਕੈਰੋਸੀਨ, ਕਾਰਬਨ ਸਟੀਲ ਤੇ ਕਾਰਬਨ ਡਾਈਆਕਸਾਈਡ, which has no fixed shape but it has a fixed volume. ਸੋ ਪਿਆਰੇ ਬੱਚਿਓ ਇਹ ਹੁੰਦੀ ਲਿਕੁਇਡ ਫਾਰਮ ਜਿਹੜੀ ਜੋ ਵੋਲਿਊਮ ਤਾਂ ਫਿਕਸ ਹੋਵੇ, ਕਿਉਂਕਿ ਜਿਹੜਾ ਕੈਰੋਸਿਨ ਹੈ ਇਹ ਕੀ ਹੈ, ਇਹ ਲਿਕੁਇਡ ਫਾਰਮ ਆ ਜਿਸ ਦੀ ਕੋਈ ਫਿਕਸ ਸ਼ੇਪ ਨਹੀਂ ਹੈ ਬਟ ਵੋਲਿਊਮ ਉਸਦਾ ਫਿਕਸ ਹੈ। ਸੋ ਇਹ ਸਾਡਾ ਜੋ ਉੱਤਰ ਹੋਏਗਾ ਆਪਸ਼ਨ ਨੰਬਰ 2 ਜਾਂ ਬੀ ਕਹਿ ਲਈਏ, ਕੈਰੋਸਿਨ ਇਜ਼ ਦਾ ਰਾਈਟ ਆਂਸਰ।
ਵਿਚ ਆਫ ਦ ਫੋਲੋਇੰਗ ਫਿਨੋਮੀਨਾ ਆਲਵੇਜ਼ ਰਿਜ਼ਲਟਸ ਇਨ ਕੂਲਿੰਗ ਇਫੈਕਟ। ਇਹਨਾਂ ਵਿੱਚੋਂ ਕਿਹੜਾ ਹਮੇਸ਼ਾ ਕੂਲਿੰਗ ਇਫੈਕਟ ਜਿਹੜਾ ਹੈ ਉਹ ਦਿੰਦਾ ਹੈ? ਸੋ ਆਓ ਪੰਜਾਬੀ 'ਚ ਜਾਣ ਜਾਂਦੇ ਹਾਂ ਕਿ ਵੀ ਇਹਦਾ ਮਤਲਬ ਕੀ ਹੈ। ਕਹਿਣਾ ਮਤਲਬ ਹੈ ਕਿ ਇਹਨਾਂ ਵਿੱਚੋਂ ਕਿਹੜੀ ਪ੍ਰਕਿਰਿਆ ਆ ਜਿਹੜੀ ਦਿੱਤੀਆਂ ਹੋਈਆਂ ਸਾਨੂੰ ਪ੍ਰਕਿਰਿਆਵਾਂ, ਆਹ ਵਾਲੀ ਪ੍ਰਕਿਰਿਆ ਦਿੱਤੀ, ਆਹ ਦਿੱਤੀ, ਆਹ ਦਿੱਤੀ, ਆਹ ਦਿੱਤੀ, ਨਨ ਆਫ ਥੀਸ, ਰਾਈਟ। ਸੋ ਇਹਨਾਂ ਵਿੱਚੋਂ ਕਿਹੜੀ ਪ੍ਰਕਿਰਿਆ ਹਮੇਸ਼ਾ ਠੰਡਕ ਪਹੁੰਚਾਉਂਦੀ ਹੈ? ਸੋ ਐਵੈਪੋਰੇਸ਼ਨ ਜਿਹੜੀ ਹੈ, ਵਾਸ਼ਪੀਕਰਨ ਹੈ, ਇਹ ਹਮੇਸ਼ਾ ਸਾਨੂੰ ਠੰਡਕ ਪਹੁੰਚਾਉਂਦੀ ਹੈ। ਸੋ ਰਾਈਟ ਆਂਸਰ ਇਜ਼ ਇਵੈਪੋਰੇਸ਼ਨ, ਵਾਸ਼ਪੀਕਰਨ। क्वेश्चन है कि ट्रांसपीरेशन फ्रॉम द लीव्स इज एन एग्जाम्पल ऑफ। सो ट्रांसपीरेशन इन द लीव्स मतलब पौधे दे जो पत्तियां तो पानी दा भाफ बन के उठ जाना, ਜਿਹੜੇ पौधे दे पत्ते है ना। सो ट्रांसपीरेशन मतलब ਇਹਦਾ मतलब ਕੀ ਹੈ ਕਿ ਜਿਹੜੇ पौधे दे पत्ते है ना ਉਹਨਾਂ ਤੋਂ ਜਿਹੜਾ ਪਾਣੀ ਦਾ ਭਾਫ ਬਣ ਕੇ ਉੱਡ ਜਾਣਾ, ਰਾਈਟ। ਉਸ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? ਉਸ ਨੂੰ ਕਹਿੰਦੇ ਹਨ ਅਸੀਂ, ਦੇਖੋ ਸਾਡੇ ਕੋਲ ਇੱਥੇ ਡਿਫਿਊਜ਼ਨ ਦਿੱਤਾ ਹੋਇਆ ਹੈ, वाशप उत्सर्जन दिता हुआ है, संगणन दिता हुआ है, सबलिमेशन दिता है। सबलिमेशन तो नहीं होना, ठीक है। उस तो बाद है कंडेंसेशन, कंडेंसेशन भी नहीं होना। उस तो बाद है एवेपोरेशन, ये तो वाष्पीकरण होता है। सो सही उत्तर है दा वाशप उत्सर्जन, डिफ्यूजन, वाशप उत्सर्जन। सो SI यूनिट ऑफ मास, जो पुंज का SI यूनिट की है, या पुंज का जो पुंज की इकाई की है, यूनिट मतलब इकाई की है पुंज की। सो पुंज की इकाई है किलोग्राम, ठीक है। नेक्स्ट क्वेश्चन है कि SI यूनिट ऑफ वॉल्यूम इज। सो वॉल्यूम मतलब क्या होता है? आयतन। आयतन का मापन की इकाई केड़ी है? सो इसका उत्तर होएगा मीटर क्यूब। सो मीटर क्यूब इसका उत्तर होएगा, मीटर का घन। नैक्सट है साडे कोल कॉमन यूनिट ऑफ द वॉल्यूम ऑफ द लिक्विड। जो द्रव का आयतन उसकी इकाई की होंगी है, उसकी मापन की इकाई की होंगी है? सो द्रव के मापन की इकाई होंगी है लीटर, लीटर, ठीक है जी। लीटर विच मापते हैं असी द्रव नूं। नैक्सट है साडे कोल सो क्वेश्चन नंबर 24, लास्ट क्वेश्चन है इस लेसन का। यूनिट ऑफ द प्रेशर इज। जो प्रेशर है उसका मतलब दबाव की इकाई की है? प्रेशर मतलब दबाव, इन्हों कहते दबाव। तो यदि इकाई की है? सो फिर पिछों इसकी इकाई है पास्कल। सो असी इसनों PA दे नाल रिप्रेजेंट करांगे बेटा, P वड्डा ते A छोटा। सो पास्कल जिहड़ा आ, पास्कल एक पास्कल किहदे बराबर हुंदा है? वो हुंदा है न्यूटन पर मीटर स्क्वायर, ओके। 1 न्यूटन पर मीटर स्क्वायर पास्कल। क्यों? क्योंकि प्रेशर की डेफिनेशन की होंगी है? इसका फोर्स पर यूनिट एरिया। सो फोर्स का यूनिट हो गया न्यूटन, ते एरिया का हो गया मीटर स्क्वायर। सो आंसर आएगा न्यूटन पर मीटर स्क्वायर। सो इत्थे जो उन्होंने पूछा है कि यूनिट ऑफ पास्कल इज PA। सो इसनों पास P वड्डा ते A छोटा ये असी रिप्रजेंट करते हैं। सो उम्मीद करता मेरे बच्चों कि अज का ये लैसन तुहाडे लई काफ़ी लाहेवंद रहा होगा, तुसीं काफ़ी बेनीफिट होंगे इहदे नाल, राइट। सो जे ये सानूं अज की वीडियो वधिया लगी है तो प्लीज़ थम्स अप कर दिओ, असी भी थोड़ा जिहा एनकरेज होवांगे, राइट। तो नाल दी नाल अपने होर जो तुहाडे सहयोगी ने, जो तुहाडे सहपाठी ने, उन्हां नाल भी ये वीडियो शेयर करना ताकि उन्होंने भी बेनीफिट हो जाए। सो आने वाली ਪ੍ਰੀਖਿਆਵਾਂ ਅਤੇ ਕੰਪੀਟੀਸ਼ਨਸ ਦੇ ਲਈ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਆਲ ਦ ਵੈਰੀ ਬੈਸਟ। ਥੈਂਕ ਯੂ ਵੈਰੀ ਮਚ ਫॉर ਵਿਊਇੰਗ ਦਿਸ ਵੀਡੀਓ। ਥੈਂਕ ਯੂ।